ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਰਹਾਉ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਾਟ ਹੀ ਮਾਹੇ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਬੜੀ ਇਕਾਗਰਤਾ ਸਤਿਕਾਰ ਸਹਿਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸ਼ਰਵਣ ਕੀਤੇ ਨੇ। ਉਪਰੰਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 631 ਅਤੇ 32 ਉੱਤੇ ਸੁਭਾਇਮਾਨ ਹੈ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਰਾਗ ਸੋਰਠ ਦੇ ਵਿੱਚ ਕੁੱਲ 12 ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਤ ਸ਼ਬਦ, ਸੁਮਤ ਸ਼ਬਦ ਅਤੇ ਕੁਮਤ ਸ਼ਬਦ, ਤਿੰਨਾਂ ਸ਼ਬਦਾਂ ਦੀ ਵਰਤੋਂ ਸਤਿਗੁਰੂ ਜੀ ਨੇ ਪ੍ਰਕਰਣ ਮੁਤਾਬਕ, ਜੋ ਟੌਪਿਕ ਹੈ ਸ਼ਬਦ ਦਾ, ਜੋ ਪ੍ਰਕਰਣ ਹੈ ਸ਼ਬਦ ਵਿੱਚ, ਉਸ ਮੁਤਾਬਕ ਕੀਤੀ ਹੈ। ਜਦੋਂ ਅਸੀਂ ਮਤ ਸ਼ਬਦ ਬਾਬਤ ਬਾਣੀ ਵਿੱਚੋਂ ਪੜ੍ਹਦੇ ਹਾਂ, ਖਾਸ ਤੌਰ 'ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ, ਜਪ ਬਾਣੀ ਦਾ ਪਾਠ ਕਰਦੇ ਹਾਂ, ਤਿੱਥੈ ਘੜੀ ਹੈ, ਸੁਰਤ, ਮਤ, ਮਨ, ਬੁੱਧ। ਵਿਦਵਾਨਾਂ ਨੇ ਆਖਿਆ ਕਿ ਸਾਡੇ ਅੰਤःਕਰਣ ਦੇ ਭੇਦ ਹਨ, ਯਾਨੀ ਕਿ ਵੱਖਰੇ ਵੱਖਰੇ ਹਿੱਸੇ ਹਨ। ਇਹਨੂੰ ਸਮਝਣ ਲਈ ਮੈਂ ਇੱਕ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਕਰਦਾ। ਜਿਵੇਂ ਸਾਡਾ ਸਰੀਰ ਹੈ ਅਤੇ ਸਰੀਰ ਦਾ ਹਰ ਇੱਕ ਅੰਗ ਹੈ ਅਤੇ ਹਰ ਇੱਕ ਅੰਗ ਆਪਣਾ ਆਪਣਾ ਕਾਰਜ ਕਰਦਾ ਹੈ, ਕੰਮ ਕਰਦਾ ਹੈ। ਕੰਨਾਂ ਨਾਲ ਅਸੀਂ ਸੁਣਦੇ ਹਾਂ, ਅੱਖਾਂ ਨਾਲ ਅਸੀਂ ਦੇਖਦੇ ਹਾਂ, ਦੰਦਾਂ ਨਾਲ ਚਿੱਥਦੇ ਹਾਂ, ਜ਼ੁਬਾਨ ਨਾਲ ਬੋਲਦੇ ਹਾਂ। ਜਿਵੇਂ ਸਾਡੇ ਸਰੀਰ ਦੇ ਅੰਗ ਨੇ ਅਤੇ ਸਰੀਰ ਦੇ ਅੰਗ ਆਪਣਾ ਆਪਣਾ ਕਾਰਜ ਕਰਦੇ ਨੇ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਆਪਾਂ ਕਹਿੰਦੇ ਹਾਂ ਸਰੀਰ। ਸਾਰੇ ਅੰਗ ਜਿਹੜੇ ਨੇ ਉਹਨਾਂ ਨੂੰ ਆਪਾਂ ਸਰੀਰ ਕਹਿੰਦੇ ਹਾਂ, ਬੋਡੀ ਆਖਦੇ ਹਾਂ, ਦੇਹੀ ਆਖਦੇ ਹਾਂ। ਇਸੇ ਤਰ੍ਹਾਂ ਸਾਡੀ ਇਸ ਬੋਡੀ ਵਿੱਚ, ਸਾਡੀ ਦੇਹੀ ਵਿੱਚ, ਸਾਡੇ ਸਰੀਰ ਵਿੱਚ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ, ਸਮੁੱਚੇ ਰੂਪ 'ਚ ਤੇ ਆਪਾਂ ਕਹਿੰਦੇ ਨੇ ਵੀ ਸਰੀਰ ਵਿੱਚ ਆਤਮਾ ਹੈ, ਇਹ ਸਾਡਾ ਸ਼ਬਦ ਹੈ। ਸਰੀਰ ਦੇ ਵਿੱਚ ਜਾਨ ਹੈ, ਸਾਹ ਚੱਲ ਰਹੇ ਹਨ, ਪਰ ਇਹ ਪੰਜਾਂ ਤੱਤਾਂ ਦੀ ਦੇਹੀ, ਇਹ ਜਿਹੜਾ ਸਰੀਰ ਹੈ, ਇਹਦੇ ਅੰਦਰ ਇੱਕ ਵਿਚਾਰ ਪ੍ਰਵਾਹ ਚੱਲਦਾ ਹੈ, ਜਿਹਨੂੰ ਆਪਾਂ ਕਹਿੰਦੇ ਥਾਟ ਪ੍ਰੋਸੈਸ ਹੈ। ਕਿ ਸਾਡੇ ਅੰਦਰ ਇੱਕ ਫੁਰਨਾ ਪੈਦਾ ਹੁੰਦਾ ਹੈ, ਖਿਆਲ ਪੈਦਾ ਹੁੰਦਾ ਹੈ, ਉਹ ਖਿਆਲ ਅੱਗੇ ਸਫ਼ਰ ਕਰਦਾ ਹੈ, ਉਹ ਉੱਥੇ ਦਮ ਨਹੀਂ ਤੋੜ ਜਾਂਦਾ। ਉਹ ਖਿਆਲ ਕਿਵੇਂ ਪੈਦਾ ਹੁੰਦਾ, ਕਿੱਥੋਂ ਆ ਜਾਂਦਾ ਹੈ, ਉਹ ਕਿੱਥੇ ਹੈ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨੂੰ ਅੰਤःਕਰਣ ਕਿਹਾ ਗਿਆ। ਵੀ ਇੱਕ ਸਰੀਰ ਹੈ, ਸਰੀਰ ਦੇ ਅੰਦਰ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਅੰਤःਕਰਣ ਹੈ। ਅਤੇ ਉਹਦੇ ਵੀ ਵੱਖਰੇ ਵੱਖਰੇ ਅੰਗ ਨੇ, ਜਿਵੇਂ ਸਰੀਰ ਦੇ ਅੰਗ ਹੁੰਦੇ ਨੇ। ਉਹ ਜਿਸ ਜਿਸ ਪ੍ਰੋਸੈਸ ਵਿੱਚੋਂ ਨਿਕਲਦਾ ਹੈ, ਜਿਸ ਜਿਸ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਉਹ ਸਫ਼ਰ ਕਰਦਾ ਹੈ ਪੜਾਅਵਾਰ, ਉਹਨਾਂ ਪੜਾਵਾਂ ਦੇ ਨਾਂ ਰੱਖੇ ਹੋਏ ਨੇ ਅੰਤःਕਰਣ ਦੇ ਜਿਹੜੇ ਭੇਦ ਨੇ। ਉਹਦੇ ਵਿੱਚ ਆ ਜਾਂਦਾ ਹੈ ਮਨ, ਉਹਦੇ ਵਿੱਚ ਆ ਜਾਂਦੀ ਹੈ ਬੁੱਧੀ, ਉਹਦੇ ਵਿੱਚ ਆ ਜਾਂਦਾ ਹੈ ਸਾਡੀ ਮਤ। ਇਹ ਸਾਰਾ ਕੁਝ ਜਿਹੜਾ ਅੰਤःਕਰਣ ਦੇ ਭੇਦ ਨੇ। ਆਪਣਾ ਜਿਹੜਾ ਵਿਸ਼ਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ ਆਪਾਂ ਸਮਝਣਾ ਹੈ। ਅਤੇ ਇੱਥੇ ਸ਼ਬਦ ਸਤਿਗੁਰੂ ਜੀ ਨੇ ਭਾਵੇਂ ਕੁਮਤ ਵਰਤਿਆ, ਪਰ ਸਭ ਤੋਂ ਪਹਿਲਾਂ ਆਪਾਂ ਸੰਖੇਪ ਵਿੱਚ ਮਤ ਨੂੰ ਸਮਝੀਏ ਵੀ ਮਤ ਕੀ ਹੈ। ਇਸ ਨੂੰ ਲਿਖਿਆ ਹੈ ਕੋਸ਼ਾਂ ਦੇ ਵਿੱਚ, ਡਿਕਸ਼ਨਰੀਆਂ ਦੇ ਵਿੱਚ, ਮਮਤਾ ਭਾਵ ਸਾਡਾ ਅਹੰਕਾਰ, ਸਾਡੀ ਬਣੀ ਹੋਈ ਸਮਝ, ਜਿਹੜਾ ਖਿਆਲ ਸਫ਼ਰ ਕਰਦਿਆਂ ਕਰਦਿਆਂ ਸਾਡੀ ਸਮਝ ਦਾ ਹਿੱਸਾ ਬਣ ਗਿਆ, ਜਿਹਨੂੰ ਅਸੀਂ ਮਿਥ ਲਿਆ ਪੱਕਾ, ਜੋ ਸਾਡੇ ਜੀਵਨ ਦਾ ਆਧਾਰ, ਜਿਸ ਮੁਤਾਬਕ ਸਾਡੀ ਹੁਣ ਜ਼ਿੰਦਗੀ ਚੱਲਣ ਲੱਗ ਪਈ। ਅਸੀਂ ਕਹਿੰਦੇ ਨਾ ਮੈਂ ਤਾਂ ਆਪਣੀ ਸਮਝ ਮੁਤਾਬਕ ਚੱਲਦਾ। ਉਹ ਸਮਝ ਕੀ ਹੈ? ਉਸੇ ਨੂੰ ਹੀ ਕਿਹਾ ਗਿਆ। ਜਾਂ ਆਪਾਂ ਕਹਿੰਦੇ ਨਾ ਵੀ ਤੈਨੂੰ ਅਕਲ ਨਹੀਂ, ਇਹਦਾ ਮਤਲਬ ਹੁੰਦਾ ਤੈਨੂੰ ਚੰਗੀ ਸਮਝ ਨਹੀਂ, ਤੂੰ ਗਲਤ ਥਾਂ 'ਤੇ ਖੜ੍ਹਾ ਹੈ। ਗਲਤ ਖਿਆਲ ਤੂੰ ਆਪਣੇ ਜੀਵਨ ਦੇ ਵਿੱਚ ਫਿੱਟ ਕਰ ਲਿਆ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸ਼ਬਦ ਜਿਹੜਾ ਹੈ ਉਹ ਕੁਮਤ ਵਰਤਦੇ ਨੇ। ਕੁਮਤ ਦਾ ਮਤਲਬ ਹੁੰਦਾ ਹੈ ਗਲਤ ਸਮਝ, ਐਸੀ ਸਮਝ ਜਿਹੜੀ ਗਲਤ ਦਿਸ਼ਾ ਵਿੱਚ ਤੈਨੂੰ ਲੈ ਕੇ ਜਾ ਰਹੀ, ਤੇਰੇ ਕੋਲੋਂ ਮੰਦੇ ਅਮਲ ਅਤੇ ਮੰਦੇ ਕਰਮ ਕਰਵਾ ਰਹੀ ਹੈ। ਅਤੇ ਸ਼ਬਦ ਹੈ ਸੁਮਤ। ਸੁਮਤ ਦਾ ਮਤਲਬ ਹੈ ਚੰਗੀ ਸਮਝ। ਸੁਮਤ ਮੰਗੀ ਗਈ ਹੈ ਬਾਣੀ 'ਚ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਸੁਮਤ ਬਖਸ਼ੋ। ਆਪਾਂ ਵੀ ਕਈ ਵਾਰ ਆਮ ਬੋਲੀ 'ਚ ਕਹਿ ਦਿੰਦੇ ਹਾਂ ਨਾ, ਗੱਲ ਕਰਦੇ ਹਾਂ ਵੀ ਵਾਹਿਗੁਰੂ ਸੁਮਤ ਬਖਸ਼ੇ, ਅਕਾਲ ਪੁਰਖ ਇਹਨੂੰ ਸੁਮਤ ਬਖਸ਼ੇ। ਇਹਦਾ ਮਤਲਬ ਹੈ ਚੰਗੀ ਸਮਝ ਬਖਸ਼ੇ।
ਤਾਂ ਕਿ ਚੰਗਾ ਜੀਵਨ ਜੀ ਸਕੇ, ਚੰਗੇ ਪਾਸੇ ਤੁਰ ਸਕੇ ਆਪਣੇ ਜੀਵਨ ਵਿੱਚ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਮਨ ਨੂੰ ਸੰਬੋਧਨ ਹੋ ਕੇ ਕਿਹਾ। ਮਨ ਨੂੰ ਸੰਬੋਧਨ ਕਰਨਾ ਇਹ ਗੁਰੂ ਸਾਹਿਬਾਨ ਦੀ ਮੁਬਾਰਕ ਬਾਣੀ ਦਾ ਮੁੱਖ ਵਿਸ਼ਾ, ਮੁੱਖ ਤਰੀਕਾ ਹੈ, ਇਉਂ ਕਹਿ ਲਓ ਜੁਗਤ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਹੇ ਮੇਰੇ ਮਨ, ਤੂੰ ਗਲਤ ਸਮਝ ਅਪਣਾ ਲਈ ਹੈ, ਤੂੰ ਆਪਣੀ ਜ਼ਿੰਦਗੀ ਦਾ ਟਾਰਗੇਟ ਗਲਤ ਸੈੱਟ ਕਰ ਲਿਆ, ਤੂੰ ਗਲਤ ਦਿਸ਼ਾ ਚੁਣ ਲਈ ਹੈ ਜ਼ਿੰਦਗੀ ਜਿਉਣ ਵਾਸਤੇ। ਤੇ ਹੁਣ ਸਤਿਗੁਰੂ ਮਹਾਰਾਜ ਨੇ ਆਖਿਆ, ਮਨ ਰੇ ਕੌਣ ਕੁਮਤ ਤੈ ਲੀਨੀ, ਇਹ ਤੂੰ ਕਿਹੜੀ ਭੈੜੀ ਮੱਤ ਗ੍ਰਹਿਣ ਕਰ ਲਈ, ਖੋਟੀ ਬੁੱਧੀ ਹਾਸਲ ਕਰ ਲਈ, ਭੈੜੀ ਸਮਝ ਅਪਣਾ ਬੈਠਾ ਹੈ। ਪਰ ਸਤਿਗੁਰੂ ਮਹਾਰਾਜ ਇੱਥੇ ਹੁਣ ਭੈੜੀ ਸਮਝ ਤੇ ਕੁਮਤ ਨੂੰ ਡਿਫਾਈਨ ਕਰਦੇ ਨੇ, ਐਕਸਪਲੇਨ ਕਰਦੇ ਨੇ ਵੀ ਕਿਹੜੀ ਭੈੜੀ ਮੱਤ ਹੈ। ਇਹਦੇ ਵੀ ਕਈ ਰੂਪ ਹੋ ਸਕਦੇ ਨੇ। ਸਤਿਗੁਰੂ ਨੇ ਇੱਥੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ। ਹਜ਼ੂਰ ਕਹਿਣ ਲੱਗੇ, ਪਰ ਦਾਰਾ ਨਿੰਦਿਆ ਰਸ ਰਚਿਓ। ਤੇਰੀ ਭੈੜੀ ਸਮਝ ਦੀ ਨਿਸ਼ਾਨੀ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਹੈ ਪਰਦਾਰਾ, ਪਰਾਇਆ ਰੂਪ ਤੱਕਣਾ, ਜਿਸ ਨੂੰ ਆਪਾਂ ਆਖਦੇ ਹਾਂ ਵੀ ਆਪਣਾ ਰਿਲੇਸ਼ਨ ਜਿਹੜਾ ਹੈ, ਪਰਿਵਾਰਕ ਰਿਲੇਸ਼ਨ ਜਿਹੜਾ ਹੈ, ਉਸ ਵਿੱਚ ਬੇਈਮਾਨੀ ਤੇ ਖਿਆਨਤ ਕਰਨੀ, ਦੂਸਰੇ ਦੇ ਘਰ ਵੱਲ ਤੱਕਣਾ, ਪਰਾਇਆ ਰੂਪ ਤੱਕਣਾ। ਇਹਨੂੰ ਬਦ ਕਿਰਦਾਰੀ ਵੀ ਕਿਹਾ ਜਾ ਸਕਦਾ ਵੀ ਆਪਣੇ ਕਰੈਕਟਰ ਨੂੰ ਨੀਵਾਂ ਕਰਨ ਵਾਲੇ ਪਾਸੇ ਤੁਰ ਪੈਣਾ। ਇੱਥੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ, ਦਾਰਾ ਸ਼ਬਦ ਦਾ ਅਰਥ ਹੈ ਔਰਤ। ਤੇ ਇਹਦਾ ਭਾਵ ਇਹ ਨਹੀਂ ਵੀ ਇਹ ਬਚਨ ਜਿਹੜਾ ਹੈ ਇਕੱਲਾ ਪੁਰਸ਼ਾਂ ਵਾਸਤੇ, ਮਰਦਾਂ ਵਾਸਤੇ ਨਹੀਂ, ਇਹ ਔਰਤਾਂ ਵਾਸਤੇ ਵੀ ਬਰਾਬਰ ਹੈ। ਇੱਥੇ ਸਤਿਗੁਰੂ ਪ੍ਰਤੀਕਵਾਚਕ ਵਰਤਦੇ ਨੇ। ਇਹਦੇ ਕਾਰਨ ਨੇ, ਇੱਕ ਸੱਜਣ ਨੇ ਐਸਾ ਪ੍ਰਸ਼ਨ ਕੀਤਾ ਹੈ ਵੀ ਸਤਿਗੁਰੂ ਦੀ ਮੁਬਾਰਕ ਬਾਣੀ ਵਿੱਚ ਕੇਵਲ ਇਹੀ ਕਿਉਂ ਕਿਹਾ ਗਿਆ ਹੈ ਪਰਦਾਰਾ, ਪਰ ਪਤੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ, ਪਰਾਏ ਮਰਦ ਦਾ ਜ਼ਿਕਰ, ਸਿੱਧਾ ਜ਼ਿਕਰ ਕਿਉਂ ਨਹੀਂ ਸਤਿਗੁਰੂ ਨੇ ਕੀਤਾ ਬਾਣੀ ਵਿੱਚ? ਪਰ ਇਹਨੂੰ ਸਮਝਣਾ ਵੀ ਇੱਕ ਪ੍ਰਤੀਕ ਹੁੰਦਾ ਹੈ, ਉਹ ਹੁੰਦਾ ਸਾਰਿਆਂ ਵਾਸਤੇ ਸਾਂਝਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਇਸ ਪੰਕਤੀ ਦਾ ਭਾਵ ਹੈ ਭਾਵੇਂ ਕਿਸੇ ਖਾਸ ਚੀਜ਼ ਦਾ ਨਾਂ ਲੈ ਕੇ ਹੀ ਮਹਾਨ ਪੁਰਖ ਕੋਈ ਬਚਨ ਕਰਦੇ ਨੇ, ਪਰ ਉਹ ਇਕੱਲੀ ਉਹਦੇ ਵਾਸਤੇ ਨਹੀਂ ਹੁੰਦੀ ਜਿਹਦਾ ਨਾਂ ਲਿਆ ਗਿਆ ਹੋਵੇ, ਉਹ ਹੁੰਦੀ ਸਾਰਿਆਂ ਵਾਸਤੇ ਹੀ। ਜਿਵੇਂ ਘਰ ਦੇ ਵਿੱਚ ਨਾ ਇੱਕ ਬੱਚਾ ਜਿਹੜਾ ਹੈ ਉਹ ਸ਼ਰਾਰਤ ਕਰਦਾ ਹੈ ਤੇ 3-4 ਬੱਚੇ ਨੇ ਉਸ ਪਰਿਵਾਰ ਦੇ, ਮਾਂ ਜਿਹੜੀ ਹੈ ਜਾਂ ਬਾਪ ਜਿਹੜਾ ਹੈ ਜਾਂ ਘਰ ਦਾ ਬਜ਼ੁਰਗ ਜਿਹੜਾ ਇੱਕ ਬੱਚੇ ਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਦੀ ਸ਼ਰਾਰਤ ਨਾ ਕਰ, ਤੇਰਾ ਨੁਕਸਾਨ ਹੋਏਗਾ। ਤੇ ਇਹਦਾ ਮਤਲਬ ਇਹ ਨਹੀਂ ਵੀ ਇਕੱਲਾ ਉਹਨੂੰ ਹੀ ਕਿਹਾ ਜਾਂਦਾ, ਉਹ ਬਾਕੀਆਂ ਨੂੰ ਵੀ ਨਾਲ ਉਹੀ ਸੁਨੇਹਾ ਹੁੰਦਾ ਵੀ ਤੁਸੀਂ ਵੀ ਨਹੀਂ ਇਹ ਕੰਮ ਕਰਨਾ। ਇੱਕ ਬੱਚਾ ਲੜਦਾ, ਦੂਸਰੇ ਨੂੰ ਕੁੱਟਦਾ, ਗਾਲਾਂ ਕੱਢਦਾ, ਘਰ ਦੇ ਵੱਡੇ ਉਹਨੂੰ ਸਮਝਾਉਂਦੇ ਨੇ ਵੀ ਇਹ ਗੱਲ ਸਹੀ ਨਹੀਂ। ਤੇ ਇਹਦਾ ਮਤਲਬ ਇਹ ਨਹੀਂ ਵੀ ਹੁਣ ਦੂਜੇ ਬੱਚੇ ਆਖਣ ਵੀ ਸਾਨੂੰ ਕਿਹੜਾ ਕਿਹਾ, ਇਹ ਤਾਂ ਇਹਦੇ ਵਾਸਤੇ ਆ, ਸਾਡੇ ਵਾਸਤੇ ਥੋੜ੍ਹਾ ਹੈ, ਅਸੀਂ ਤੇ ਲੜ ਵੀ ਸਕਦੇ ਹਾਂ, ਗਾਲਾਂ ਵੀ ਕੱਢ ਸਕਦੇ ਹਾਂ। ਨਹੀਂ, ਉਹ ਬਚਨ ਜਿਹੜਾ ਹੈ ਉਹ ਸਿੱਖਿਆ ਸਾਰਿਆਂ ਲਈ ਸਾਂਝੀ ਹੁੰਦੀ ਹੈ, ਭਾਵੇਂ ਕਈ ਇੱਕ ਵੱਲ ਮੂੰਹ ਕਰਕੇ ਜਾਏ, ਇੱਕ ਦਾ ਨਾਂ ਲੈ ਕੇ ਕਹੀ ਜਾਏ, ਪਰ ਉਹ ਬਚਨ ਸਭਨਾਂ ਲਈ ਸਾਂਝਾ ਹੈ। ਹੁਣ ਸਾਹਿਬ ਸਤਿਗੁਰੂ ਬਾਣੀ ਵਿੱਚ ਜੇ ਆਖਦੇ ਨੇ ਕਿਤੇ ਪੰਡਤ ਦਾ ਜ਼ਿਕਰ ਕਰਕੇ, ਜੋਗੀ ਦਾ ਜ਼ਿਕਰ ਕਰਕੇ, ਕਾਜ਼ੀ ਦਾ, ਇਹਦਾ ਮਤਲਬ ਇਹ ਨਹੀਂ ਵੀ ਇਹ ਬਾਣੀ ਦਾ ਉਪਦੇਸ਼ ਇਕੱਲਾ ਉਹਨਾਂ ਲਈ ਹੈ ਜਿਨ੍ਹਾਂ ਦਾ ਨਾਮ ਵਰਤਿਆ, ਵੀ ਇਕੱਲਾ ਪੰਡਤਾਂ ਵਾਸਤੇ ਜਾਂ ਜੋਗੀਆਂ ਵਾਸਤੇ ਜਾਂ ਸਿੱਧਾਂ ਵਾਸਤੇ ਜਾਂ ਸ਼ੇਖਾਂ ਵਾਸਤੇ ਜਾਂ ਜਿਹਦਾ ਵੀ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਲਫ਼ਜ਼ ਵਰਤ ਕੇ ਸਤਿਗੁਰੂ ਨੇ ਗੱਲ ਕਹੀ ਹੈ। ਇਹਦਾ ਭਾਵ ਇਹ ਨਹੀਂ ਵੀ ਇਕੱਲਾ ਉਹਨਾਂ ਲਈ ਹੈ ਉਪਦੇਸ਼, ਸਾਡੇ ਜ਼ਿੰਦਗੀ 'ਤੇ ਇਹਦਾ ਕੋਈ ਮਤਲਬ ਨਹੀਂ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਾਣਾ। ਆਪਾਂ ਹੁਣ ਸਾਖੀਆਂ ਪੜ੍ਹਦੇ ਹਾਂ, ਗੁਰਬਾਣੀ ਦਾ ਉਪਦੇਸ਼, ਅਤੇ ਇਸ ਨੂੰ ਕਈ ਵਾਰ ਸਮਝਣ ਵਾਸਤੇ ਆਪਾਂ ਸਾਖੀ, ਆਮ ਦੂਜਾ ਲਿਟਰੇਚਰ ਜਿਹੜਾ ਹੈ ਇਤਿਹਾਸਕ ਸਮਝ ਦੇਣ ਵਾਲਾ, ਉਹ ਵੀ ਪੜ੍ਹਦੇ ਹਾਂ। ਅਤੇ ਉਹਦੇ ਵਿੱਚ ਆਪਾਂ ਗੱਲ ਸਮਝਾਉਂਦਿਆਂ ਹੋਇਆਂ, ਜਦੋਂ ਆਪਾਂ ਧਰਮ ਦੀ ਕਿਰਤ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਕਹਿੰਦੇ ਮਹਾਰਾਜ ਨੇ ਭਾਈ ਲਾਲੋ ਦੀ ਕਿਰਤ ਨੂੰ ਮਾਣ ਦਿੱਤਾ ਅਤੇ ਮਲਕ ਭਾਗੋ ਨੂੰ ਆਖਿਆ ਵੀ ਤੇਰਾ ਜਿਹੜਾ ਇਹ ਪਕਵਾਨ ਹੈ, ਤੇਰਾ ਜਿਹੜਾ ਇਹ ਪ੍ਰਸ਼ਾਦਾ ਹੈ, ਜਿਹੜੀ ਤੇਰੀ ਕਮਾਈ ਹੈ, ਇਹ ਖੂਨ ਨਿਚੋੜ ਕੇ ਦੂਸਰਿਆਂ ਦਾ ਖੂਨ ਪੀ ਕੇ ਤੂੰ ਇਕੱਠੀ ਕੀਤੀ ਹੈ, ਭਾਵ ਪਰਾਈ ਕਿਰਤ ਹੈ, ਇਹ ਬੇਈਮਾਨੀ ਕੀਤੀ ਹੈ।
ਕੀ ਸਤਿਗੁਰੂ ਮਹਾਰਾਜ ਨੇ ਜਿਹੜਾ ਇਹ ਬਚਨ ਕਿਹਾ ਇਹ ਇਕੱਲਾ ਮਲਕ ਭਾਗੋ ਵਾਸਤੇ ਹੀ ਸੀ? ਜੇ ਇਕੱਲਾ ਮਲਕ ਭਾਗੋ ਵਾਸਤੇ ਹੀ ਸੀ ਵੀ ਉਹਨੂੰ ਪਾਪ ਦੀ ਕਿਰਤ ਨਹੀਂ ਕਰਨੀ ਚਾਹੀਦੀ, ਤੇ ਕੀ ਸਾਨੂੰ ਸਾਰਿਆਂ ਨੂੰ ਛੋਟ ਹੈ ਵੀ ਸਾਨੂੰ ਕਰ ਲੈਣੀ ਚਾਹੀਦੀ? ਅਸੀਂ ਕਿਹੜੇ ਮਲਕ ਭਾਗੋ ਹਾਂ? ਜਾਂ ਕਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ? ਮਲਕ ਭਾਗੋ ਨੂੰ ਹੀ ਕਿਹਾ। ਤੇ ਜੇ ਇਕੱਲਾ ਮਲਕ ਭਾਗੋ ਵਾਸਤੇ ਹੀ ਸੀ ਇਹ ਬਚਨ, ਤੇ ਫਿਰ ਸਾਨੂੰ ਇਹ ਸਾਖੀ ਕਿਉਂ ਪੜ੍ਹਨੀ ਸੁਣਨੀ ਚਾਹੀਦੀ ਹੈ? ਫਿਰ ਸਾਡੀ ਜ਼ਿੰਦਗੀ ਵਿੱਚ, ਸਾਡੇ ਜੀਵਨ ਵਿੱਚ ਇਹਦਾ ਕੀ ਮਨੋਰਥ ਹੋ ਸਕਦਾ? ਨਹੀਂ। ਭਾਵੇਂ ਇੱਕ ਖਾਸ ਥਾਂ 'ਤੇ, ਖਾਸ ਸਮੇਂ ਉੱਤੇ, ਇੱਕ ਖਾਸ ਵਿਅਕਤੀ ਨੂੰ ਸਤਿਗੁਰੂ ਜੀ ਇਹ ਉਪਦੇਸ਼ ਅਤੇ ਮੱਤ ਦੇ ਰਹੇ ਨੇ, ਪਰ ਇਹ ਉਪਦੇਸ਼ ਹੈ ਸਾਰਿਆਂ ਲਈ ਸਾਂਝਾ, ਸਭਨਾਂ ਲਈ ਇੱਕੋ ਜਿਹਾ। ਇੱਕ ਫਲ ਹੈ ਨਾ ਦਰਖਤ ਨੂੰ ਲੱਗਦਾ, ਉਹ ਦਰਖਤ ਇੱਕ ਜਗ੍ਹਾ ਦੇ ਉੱਤੇ ਹੈ, ਇੱਕ ਖਾਸ ਥਾਂ ਦੇ ਉੱਤੇ, ਉਹਨੂੰ ਇੱਕ ਖਾਸ ਰੁੱਤ ਵਿੱਚ ਫਲ ਪੈਂਦਾ, ਪਰ ਉਹਨੂੰ ਜਿੰਨੇ ਵੀ ਫਲ ਲੱਗਦੇ ਨੇ ਉਹ ਖਾਂਦੀ ਦੁਨੀਆ ਪਤਾ ਨਹੀਂ ਕਿੱਥੇ ਕਿੱਥੇ ਬੈਠੀ ਹੁੰਦੀ ਹੈ ਤੇ ਉਹਨੂੰ ਖਾ ਰਹੀ ਹੁੰਦੀ। ਹੁਣ ਆਪਾਂ ਬਾਜ਼ਾਰ ਜਾਂਦੇ ਹਾਂ, ਹੁਣ ਸੇਬ ਕੀ ਪਤਾ ਵੀ ਆਪਾਂ ਇੱਥੇ ਅਮਰੀਕਾ 'ਚ ਖਾ ਰਹੇ ਤੇ ਆਇਆ ਕਸ਼ਮੀਰ ਤੋਂ ਹੋਵੇ, ਬੂਟਾ ਕਸ਼ਮੀਰ ਵਿੱਚ ਲੱਗਾ ਹੈ, ਫਲ ਵੀ ਉਹਨੂੰ ਉੱਥੇ ਹੀ ਲੱਗਾ ਹੈ, ਪਰ ਸਪਲਾਈ ਹੋ ਕੇ ਸਾਡੇ ਤੱਕ ਆ ਗਿਆ ਤੇ ਖਾਸ ਹੀ ਇੱਥੇ ਕਿੱਡੀ 7 ਸਮੁੰਦਰ ਪਾਰ ਬੈਠੀ ਧਰਤੀ ਦੇ ਉੱਤੇ ਉਸ ਨੂੰ ਖਾ ਰਹੇ। ਇੱਥੋਂ ਦੀ ਪ੍ਰੋਡਕਸ਼ਨ, ਇੱਥੋਂ ਦੀ ਪੈਦਾ ਹੋਈ, ਇੱਕ ਥਾਂ 'ਤੇ ਪੈਦਾ ਹੋਈ ਹੈ, ਇੱਕ ਮਨੁੱਖ ਨੇ ਬਣਾਈ ਹੈ ਤੇ ਵਰਤੋਂ ਨੂੰ ਸਾਰੀ ਦੁਨੀਆ ਰਹੀ ਹੈ। ਇਸੇ ਤਰ੍ਹਾਂ ਮਹਾਨ ਬਚਨ ਹੁੰਦੇ ਨੇ, ਭਾਵੇਂ ਉਹ ਇੱਕ ਜਗ੍ਹਾ 'ਤੇ ਕਹੇ ਗਏ ਨੇ, ਇੱਕ ਖਾਸ ਮਨੁੱਖ ਨੂੰ ਸਿੱਧਤ ਹੋ ਕੇ, ਸੰਬੋਧਿਤ ਹੋ ਕੇ ਕਹੇ ਗਏ ਨੇ, ਪਰ ਉਹ ਲਾਭ ਸਾਰਿਆਂ ਨੂੰ ਬਰਾਬਰ ਦਿੰਦੇ ਨੇ ਤੇ ਸਾਰੀ ਦੁਨੀਆ ਨੂੰ ਉਹ ਸਿੱਖਿਆ ਸੁਣਨੀ ਚਾਹੀਦੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਇਸੇ ਤਰ੍ਹਾਂ ਮਹਾਰਾਜ ਹੁਣ ਘਰ ਦੇ ਵਿੱਚ ਨਾ, ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ। ਜਿਹੜੇ ਵਡੇਰੇ ਨੇ, ਬਜ਼ੁਰਗ ਨੇ, ਉਹ ਜਿਹੜਾ ਘਰ ਦੇ ਵਿੱਚ ਲੜਕਾ ਹੈ ਉਹਨੂੰ ਵੀ ਪੁੱਤ ਆਖਦੇ ਨੇ, ਤੇ ਜਿਹੜੀ ਲੜਕੀ ਹੈ ਉਹਨੂੰ ਵੀ ਪੁੱਤ ਆਖਦੇ ਨੇ। ਆਪਣਾ ਜਿਹੜਾ ਪੰਜਾਬੀ ਦਾ ਬੋਲ ਚਾਲ ਹੈ, ਜਿਹੜਾ ਸਾਡਾ ਸਟਾਈਲ ਹੈਗਾ, ਉਹਦੇ 'ਚ ਆਪਾਂ ਵੱਡਾ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਪੁੱਤ ਹੀ ਕਹਿੰਦਾ ਹੈ ਨਾ। ਬਜ਼ੁਰਗ ਜਿਹੜਾ ਹੈ ਉਹ ਆਪਣੀ ਨੂੰਹ ਨੂੰ ਤੇ ਆਪਣੇ ਪੁੱਤਰ ਨੂੰ, ਦੋਵਾਂ ਨੂੰ ਪੁੱਤਰ ਹੀ ਕਹਿ ਦਿੰਦਾ। ਉਹ ਆਪਣੇ ਜਵਾਈ ਨੂੰ ਤੇ ਆਪਣੀ ਧੀ ਨੂੰ, ਦੋਵਾਂ ਨੂੰ ਪੁੱਤਰ ਹੀ ਕਹਿ ਦਿੰਦਾ। ਹੁਣ ਪੁੱਤਰ ਸ਼ਬਦ ਇੰਨਾ ਸਾਂਝਾ ਹੈ ਵੀ ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਵੀ ਇਹ ਧੀ ਲਈ ਵਰਤਣਾ ਹੈ ਕਿ ਇਹ ਜਵਾਈ ਲਈ ਵਰਤਣਾ ਹੈ। ਉਹ ਕਾਮਨ ਸ਼ਬਦ, ਉਹਦਾ ਮਤਲਬ ਹੁੰਦਾ ਹੈ ਸਾਡੀ ਆਪਣੀ ਔਲਾਦ, ਸਾਡੇ ਆਪਣੇ ਬੱਚੇ ਨੂੰ ਪੁੱਤਰ ਕਹਿ ਦਿੱਤਾ ਜਾਂਦਾ, ਭਾਵੇਂ ਉਹ ਇਸਤਰੀ ਰੂਪ 'ਚ ਹੈ, ਭਾਵੇਂ ਉਹ ਪੁਰਸ਼ ਰੂਪ 'ਚ ਹੈ। ਇਸੇ ਤਰ੍ਹਾਂ ਬਾਣੀ ਵਿੱਚ ਜਦੋਂ ਪੁੱਤ ਸ਼ਬਦ ਆਉਂਦਾ ਹੈ ਤਾਂ ਅਸੀਂ ਉੱਥੇ ਇਹਦਾ ਗਲਤ ਇਸਤੇਮਾਲ ਵੀ ਕਰ ਲੈਂਦੇ। ਪੁੱਤੀ ਗੰਢ ਪਵੈ ਸੰਸਾਰ, ਹਾਲਾਂਕਿ ਇੱਕ ਉਦਾਹਰਣ ਹੈ, ਪਰ ਉੱਥੇ ਇਹੀ ਵਰਤ ਲਿਆ ਜਾਂਦਾ ਵੀ ਇਕੱਲੀ ਮੁੰਡਿਆਂ ਨਾਲ ਸਾਂਝ ਬਣਦੀ ਹੈ ਜਗਤ ਨਾਲ, ਧੀ ਪੈਦਾ ਹੋ ਜਾਏ ਤੇ ਜਗਤ ਨਾਲੋਂ ਸਾਂਝ ਟੁੱਟ ਜਾਂਦੀ ਹੈ ਕਿਤੇ ਨਹੀਂ। ਉੱਥੇ ਸਤਿਗੁਰੂ ਮਹਾਰਾਜ ਨੇ ਬੱਚਿਆਂ ਦਾ ਜ਼ਿਕਰ ਕੀਤਾ ਵੀ ਜੇ ਉੱਥੇ ਹੁਣ ਉਦਾਹਰਣ ਕੀ ਹੈ? ਕੋਰੀ ਸੇਤੀ ਟੁੱਟੈ ਪਧਾਰ, ਪੁੱਤੀ ਗੰਢ ਪਵੈ ਸੰਸਾਰ। ਪੂਰੀ ਉਦਾਹਰਣ ਆ ਹੈ। ਉਹ ਹੈ ਵੀ ਪਤੀ ਤੇ ਪਤਨੀ ਵਿੱਚ ਅਣਬਣ ਹੋ ਜਾਏ, ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾਰ ਆ ਜਾਏ, ਤਾਂ ਕਈ ਵਾਰ ਉਹ ਦਰਾਰ ਜਿਹੜੀ ਹੈ, ਉਹ ਤਰੇੜ ਜਿਹੜੀ ਹੈ, ਉਹ ਰਿਸ਼ਤੇ ਵਿੱਚ ਜਿਹੜੀ ਬੇਇਤਫਾਕੀ ਹੈ ਉਹ ਖਤਮ ਹੋ ਜਾਂਦੀ ਹੈ ਬੱਚਿਆਂ ਦੀ ਵਜ੍ਹਾ ਕਰਕੇ। ਪਤੀ ਪਤਨੀ ਵਿੱਚ ਅਣਬਣ ਹੋ ਜਾਏ ਤੇ ਘਰ ਦੇ ਬਜ਼ੁਰਗ ਕੀ ਕਹਿੰਦੇ ਨੇ ਕਿ ਤੁਹਾਨੂੰ ਸੋਚ ਵਿਚਾਰ ਕਰਨੀ ਚਾਹੀਦੀ, ਆਪਣਾ ਹੰਕਾਰ ਛੱਡੋ, ਲੜਾਈ ਛੱਡੋ, ਬੱਚਿਆਂ ਦੇ ਭਵਿੱਖ ਵੱਲ ਵੇਖੋ। ਤੁਹਾਡਾ ਆਪਣਾ ਕਿੰਨਾ ਸੋਹਣਾ ਪਰਿਵਾਰ ਹੈ, ਰੱਬ ਨੇ ਤੁਹਾਨੂੰ ਬੱਚਿਆਂ ਦੀ ਦਾਤ ਦਿੱਤੀ ਹੈ, ਤੇ ਉਹਨਾਂ ਦੀ ਗੱਲ ਖਾਨੇ ਪੈ ਜਾਂਦੀ ਵੀ ਨਹੀਂ, ਸਾਨੂੰ ਸਵਾਰਥੀ ਨਹੀਂ ਹੋਣਾ ਚਾਹੀਦਾ ਆਪਣੇ ਹੰਕਾਰ ਲਈ, ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਵੀ ਵੇਖਣਾ ਚਾਹੀਦਾ। ਇੱਕ ਉਦਾਹਰਣ ਕਈ ਵਾਰ ਉਹਨਾਂ ਦੀ ਜ਼ਿੰਦਗੀ ਦੀ ਬੇਇਤਫਾਕੀ ਤੇ ਝਗੜਾ ਕਲੇਸ਼ ਮੁਕਾ ਦਿੰਦੀ ਹੈ। ਇਹ ਭਾਵ ਹੈ ਇੱਥੇ ਉਦਾਹਰਣ ਦਾ। ਉੱਥੇ ਪੁੱਤੀ ਦਾ ਮਤਲਬ ਇਕੱਲੇ ਲੜਕੇ ਨਹੀਂ, ਉੱਥੇ ਪੁੱਤੀ ਦਾ ਮਤਲਬ ਹੈ ਬੱਚੇ, ਭਾਵੇਂ ਉਹ ਧੀ ਹੈ ਤੇ ਭਾਵੇਂ ਉਹ ਲੜਕਾ ਹੈ। ਪਰ ਵਰਤਣ ਵਾਲਿਆਂ ਨੇ, ਜਿਨ੍ਹਾਂ ਨੇ ਵੇਚਣੀ ਹੋਵੇ ਉਦਾਹਰਣ, ਉਹ ਫਿਰ ਇੰਨੀ ਕੀ
ਚੁੱਕਦੇ ਨੇ ਪੁੱਤੀ ਗੰਢ ਪਵੈ ਸੰਸਾਰ, ਉਹ ਪਹਿਲੀ ਪੰਕਤੀ ਨਹੀਂ ਸੁਣਾਉਣਗੇ ਕਦੇ ਵੀ, ਤੇ ਨਾ ਇਹ ਡਿਫਾਈਨ ਕਰਨਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸਤਰੀ ਤੇ ਪੁਰਸ਼ ਵਾਸਤੇ ਸਤਿਗੁਰੂ ਮਹਾਰਾਜ ਨੇ ਔਰਤ ਨੂੰ, ਭਾਵੇਂ ਉਹ ਧੀ ਦੇ ਰੂਪ ਵਿੱਚ ਹੈ, ਭਾਵੇਂ ਉਹ ਭੈਣ ਦੇ ਰੂਪ ਵਿੱਚ ਹੈ, ਭਾਵੇਂ ਉਹ ਪਤਨੀ ਦੇ ਰੂਪ ਵਿੱਚ ਹੈ, ਭਾਵੇਂ ਉਹ ਮਾਂ ਦੇ ਰੂਪ ਵਿੱਚ ਹੈ, ਭਾਵੇਂ ਉਹ ਨੂੰਹ ਦੇ ਰੂਪ ਵਿੱਚ ਹੈ, ਉਹਨੂੰ ਨਫ਼ਰਤ ਥੋੜ੍ਹਾ ਕੀਤੀ ਹੈ ਬਾਣੀ ਅੰਦਰ, ਉਹਨੂੰ ਤੇ ਮਾਣ ਦਿੱਤਾ। ਗੁਰੂ ਸਾਹਿਬ ਤਾਂ ਖੁਦ ਆਪਣੇ ਪਰਥਾਏ ਵੀ ਇਹ ਗੱਲ ਕਹਿੰਦੇ ਨੇ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਇਹ ਸਾਨੂੰ ਸਤਿਗੁਰੂ ਦੀ ਬਾਣੀ ਚੋਂ ਸਿੱਖਿਆ ਪ੍ਰਾਪਤ ਹੁੰਦੀ ਹੈ। ਆਪਣੇ ਆਪ ਨੂੰ ਵੀ ਇਸਤਰੀ ਦੇ ਰੂਪ ਵਿੱਚ ਰੱਬ ਦੇ ਸਾਹਮਣੇ ਸਤਿਗੁਰੂ ਨੇ ਬਿਆਨ ਕੀਤਾ। ਤੋ ਸਾਹਿਬ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇੱਥੇ ਪਰਦਾਰਾ ਦਾ ਭਾਵ ਹੈ ਪਰਾਇਆ ਰੂਪ, ਪਰਾਇਆ ਘਰ ਤੱਕਣਾ, ਆਪਣੇ ਰਿਸ਼ਤੇ ਨਾਲ ਬੇਈਮਾਨੀ ਕਰਨੀ ਤੇ ਇੱਕ ਨਾਜਾਇਜ਼ ਤੇ ਗਲਤ ਰਿਸ਼ਤਾ ਜੋੜਨਾ। ਸਤਿਗੁਰੂ ਪਾਤਸ਼ਾਹ ਇੱਥੇ ਆਖਦੇ ਨੇ ਪਰਦਾਰਾ, ਤੇ ਦੂਜਾ ਸ਼ਬਦ ਹੈ ਨਿੰਦਿਆ। ਮੈਂ 10ਵੇਂ ਪਾਤਸ਼ਾਹ ਦੀ ਇੱਕ ਉਦਾਹਰਣ ਤੁਹਾਡੇ ਸਨਮੁਖ ਰੱਖਦਾ ਵੀ ਜਿਹੜੇ ਗਲਤ ਸਬੰਧ ਨੇ ਸੰਸਾਰ ਵਿੱਚ, ਉਹ ਜਿਹੜੇ ਸਬੰਧ ਨੇ ਉਹ ਸਵਾਰਥ ਤੋਂ ਤੇ ਵਿਕਾਰ ਤੋਂ ਪ੍ਰੇਰਿਤ ਹੁੰਦੇ ਨੇ, ਵਿਕਾਰ ਤੋਂ। ਸਤਿਗੁਰੂ ਨੇ ਬਾਣੀ ਦੇ ਵਿੱਚ ਇਹਦੀ ਬੜੀ ਬਾਕਮਾਲ ਉਦਾਹਰਣ ਦਿੱਤੀ ਹੈ। ਰੂਪੈ ਕਾਮੈ ਦੋਸਤੀ, ਭੂਖੈ ਸਾਧੈ ਗੰਢ। ਸਤਿਗੁਰੂ ਆਖਦੇ ਰੂਪ ਦੀ ਤੇ ਕਾਮ ਦੀ ਮਿੱਤਰਤਾ ਹੈ। ਇਹ ਤੁਹਾਡੀ ਜ਼ਿੰਦਗੀ ਨੂੰ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਬੰਦਾ ਰਿਸ਼ਤਿਆਂ ਦੀ ਅਹਿਮੀਅਤ ਭੁਲਾ ਕੇ, ਮਰਿਆਦਾ ਭੁੱਲ ਕੇ ਇੱਕ ਵਾਰ ਥਿੜਕ ਜਾਏ ਨਾ, ਜ਼ਿੰਦਗੀ ਭਰ ਦੀ ਨਮੋਸ਼ੀ ਵੀ ਸਹਿੰਦਾ, ਪਰਿਵਾਰ ਦਾ ਸੁੱਖ ਸ਼ਾਂਤੀ ਤੇ ਟਿਕਾ ਵੀ ਖਤਮ ਕਰ ਲੈਂਦਾ, ਸਮਾਜ ਦੀ ਜ਼ਿੱਲਤ ਵੀ ਬਰਦਾਸ਼ਤ ਕਰਦਾ, ਤੇ ਸੁਰਤ ਤੇ ਸਰੀਰ ਵੀ ਤਬਾਹ ਕਰਦਾ। ਮਹਾਰਾਜ ਨੇ ਇਹਦੇ ਵੱਡੇ ਵੱਡੇ ਇਫੈਕਟ ਦੱਸੇ ਨੇ, ਔਰ ਇਹ ਸਮਾਜ 'ਚ ਦੁਨੀਆ 'ਚ ਵਾਪਰਦਾ। ਹੁਣ ਗੁਰੂ ਮਹਾਰਾਜ ਜਦੋਂ ਇਹ ਕਹਿੰਦੇ ਨੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ, ਇਹ ਸਾਡੀ ਇਉਂ ਕਹਿ ਲਓ ਵੀ ਸਾਡੇ ਅੰਦਰ ਦੀ ਅਗਿਆਨਤਾ ਹੈ ਵੀ ਅਸੀਂ ਵਾਸ਼ਨਾ ਨੂੰ ਪਿਆਰ ਦਾ ਨਾਂ ਦਿੰਦੇ। ਵਾਸ਼ਨਾ ਹੋਰ ਚੀਜ਼ ਹੈ ਤੇ ਪਿਆਰ ਹੋਰ ਚੀਜ਼ ਹੈ। ਪਿਆਰ ਮੈਲਾ ਨਹੀਂ ਹੁੰਦਾ, ਪਿਆਰ 'ਚ ਤਿਆਗ ਹੁੰਦਾ ਹੈ, ਕੁਰਬਾਨੀ ਹੁੰਦੀ ਹੈ। ਪਿਆਰ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੁੰਦਾ। ਪਿਆਰ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਦੇ ਵਿੱਚ ਪ੍ਰੇਮ ਨੂੰ ਬੜਾ ਸੁੱਚਾ ਤੇ ਬੜਾ ਪਵਿੱਤਰ ਜਜ਼ਬਾ ਕਿਹਾ ਗਿਆ। ਅਸੀਂ ਵਾਸ਼ਨਾ ਦੇ ਹੀ ਸੋਹਲੇ ਗਾਈ ਜਾ ਰਹੇ ਉਹਨੂੰ ਪਿਆਰ ਕਹਿ ਕੇ। ਅੱਜ ਦੇ ਦੌਰ ਵਿੱਚ ਜਿਸ ਤਰ੍ਹਾਂ ਦੀ ਸੱਭਿਆਚਾਰਕ ਪੇਸ਼ਕਾਰੀ, ਉਹ ਸਾਰੀ ਵਾਸ਼ਨਾ ਹੈ, ਹੋਰ ਕੁਝ ਨਹੀਂ ਹੈ। ਕਿ ਜਿਸ ਰੂਪ ਦਾ ਸੋਹਲਾ ਗਾਇਆ ਜਾਂਦਾ ਹੈ ਉਹ ਰੂਪ ਮੇਰੇ ਘਰ ਵਿੱਚ ਨਹੀਂ, ਮਾਂ ਦੇ ਰੂਪ ਵਿੱਚ, ਧੀ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ। ਪਰ ਨਹੀਂ, ਉੱਥੇ ਟਾਰਗੇਟ ਕੇਵਲ ਦੂਸਰੇ ਦੀ ਔਰਤ ਹੈ, ਭਾਵੇਂ ਉਹ ਦੂਸਰੇ ਦੀ ਧੀ ਹੋਵੇ, ਭਾਵੇਂ ਭੈਣ ਹੋਵੇ, ਭਾਵੇਂ ਮਾਂ ਹੋਵੇ ਤੇ ਪਤਨੀ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਆਖਦੇ ਨੇ, ਮੇਰੇ ਮੋਹਨ ਸ਼ਰਵਨੀ ਇਹ ਨਾ ਸੁਨਾਏ, ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਜਾਏ। ਇਹ ਵਾਸ਼ਨਾ ਤੋਂ ਪ੍ਰੇਰਿਤ ਬੋਲ ਨੇ। ਸਤਿਗੁਰੂ ਹੁਣ ਤੁਸੀਂ ਵੇਖੋ, ਕਦੇ ਕਿਸੇ ਨੇ ਕਿਸੇ ਦੇ ਗੁਣ ਦਾ ਸੋਹਲਾ ਗਾਇਆ? ਗੁਣਵਾਨ ਦੁਨੀਆ 'ਚ ਕੋਈ ਵੀ ਹੋ ਸਕਦਾ, ਤੇ ਜੇ ਅਸੀਂ ਉਹਦੇ ਗੁਣ ਨਾਲ, ਉਹਦੀ ਖੂਬੀ ਨਾਲ, ਉਹਦੇ ਕਿਰਦਾਰ ਦੀ ਕੁਆਲਿਟੀ ਨੂੰ ਵਡਿਆਉਂਦੇ ਹਾਂ, ਬਹੁਤ ਵੱਡਾ ਫਰਕ ਹੈ। ਕੋਈ ਨਹੀਂ ਆਖੇਗਾ ਵੀ ਕੋਈ ਔਰਤ ਸੰਸਾਰ ਦੀ ਏਡੀ ਵੱਡੀ ਕੁਰਬਾਨੀ ਕਰਦੀ ਹੈ ਤੇ ਉਹਨੂੰ ਉਹਦੀ ਕੁਰਬਾਨੀ ਦਾ ਗੀਤ ਗਾਇਆ ਜਾਏ, ਉਹਦੀ ਕੁਰਬਾਨੀ ਦੀ ਚਰਚਾ ਕੀਤੀ ਜਾਏ। ਕੋਈ ਸਮਾਜ ਨੂੰ, ਪਰਿਵਾਰ ਨੂੰ ਦੁੱਖਾਂ 'ਚੋਂ ਲੰਘ ਕੇ ਪਾਲਦੀ ਹੈ, ਕੋਈ ਤਕਲੀਫਾਂ ਜਰ ਕੇ, ਬਹੁਤ ਵੱਡਾ ਹੌਸਲਾ ਰੱਖ ਕੇ, ਧੀਰਜ ਰੱਖ ਕੇ, ਪੀੜਾ ਤੇ ਮਾਨਸਿਕ ਤਣਾਅ ਸਹਿ ਕੇ ਜੀਵਨ ਦਾ ਕੋਈ ਬਹੁਤ ਵੱਡਾ ਮੁਕਾਮ ਹਾਸਲ ਕਰਦੀ ਹੈ। ਇਹ ਚੀਜ਼ ਨੂੰ ਬਹੁਤ ਘੱਟ ਉਛਾਲਿਆ ਜਾਂਦਾ ਤੇ ਇਹਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਹੈ। ਸਾਰੀ ਕਹਾਣੀ ਚਮੜੀ ਦੇ ਰੂਪ ਰੰਗ ਉੱਤੇ ਖੜੀ ਹੈ। ਹੋਰ ਕੀ ਹੁੰਦਾ ਹੈ ਜਿਸ ਨੂੰ ਸਤਿਗੁਰੂ ਇਸੇ ਨੂੰ ਤਾਂ ਕੁਮੱਤ ਕਹਿ ਰਿਹਾ, ਪਰਦਾਰਾ। ਤੇ ਦੂਜਾ ਕੀ ਹੈ? ਨਿੰਦਿਆ। ਹੁਣ ਵੇਖੋ, ਬਾਜ਼ਾਰੀਕਰਨ ਇਹ ਹੈ ਸਮਾਜ ਦਾ,
ਤੁਸੀਂ ਵੇਖੋ ਬਾਜ਼ਾਰੀਕਰਨ ਕਿਹਨੂੰ ਕਹਿੰਦੇ ਨੇ, ਕਿਸੇ ਚੀਜ਼ ਦਾ ਬਾਜ਼ਾਰੀਕਰਨ ਹੋ ਜਾਣਾ। ਵੈਸੇ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਐਡਵਾਂਸ ਮੰਨਦੇ ਹਾਂ ਅਤੇ ਮੈਨਰਸ ਬੜੇ ਨੇ ਸਾਨੂੰ, ਇਹ ਵੀ ਅਸੀਂ ਦਾਅਵਾ ਕਰਦੇ ਹਾਂ, ਪਰ ਚੀਜ਼ਾਂ ਵੇਚਣ ਲਈ ਅਸੀਂ ਔਰਤ ਦੀ ਨੁਮਾਇਸ਼ ਕੀਤੀ ਅੱਜ ਤੱਕ। 80% ਚੀਜ਼ਾਂ ਮਾਰਕੀਟ ਵਿੱਚ ਜਿਹੜੀਆਂ ਨੇ ਉਹ ਔਰਤ ਦੀ ਤਸਵੀਰ ਨਾਲ ਵੇਚੀਆਂ ਜਾਂਦੀਆਂ ਨੇ। ਉਹਨਾਂ ਵਾਸਤੇ ਔਰਤ ਦੇ ਜਿਸਮ ਦੀ ਵਰਤੋਂ ਕੀਤੀ ਜਾਂਦੀ ਹੈ, ਉਹਦੀ ਤਸਵੀਰ ਦੀ ਵਰਤੋਂ ਕੀਤੀ ਜਾਂਦੀ ਹੈ, ਉਹਦੀ ਮਸ਼ਹੂਰੀ ਜਿਹੜੀ ਹੈ ਉਹਦੇ ਲਈ ਵੀ ਵਰਤੋਂ ਔਰਤ ਦੀ ਹੋ ਰਹੀ ਹੈ। ਸਾਡੀਆਂ 95% ਜਿਹੜੀਆਂ ਗਾਲਾਂ ਨੇ ਉਹ ਸਿੱਧੀਆਂ ਔਰਤ ਨੂੰ ਵਿਚਕਾਰ ਸੈਂਟਰ 'ਚ ਰੱਖ ਕੇ ਕੱਢੀਆਂ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਤੱਕਿਆ, ਅਸੀਂ ਇਨਵਾਇਰਮੈਂਟ ਸਿਰਜ ਲਿਆ, ਮਾਹੌਲ ਸਿਰਜ ਲਿਆ। ਹੁਣ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਜ਼ਿਕਰ ਕਰ ਰਿਹਾ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਹਕੂਮਤ ਨਾਲ ਜੰਗਾਂ ਹੋਈਆਂ। ਜਿਹੜੀ ਤਕੜੀ ਧਿਰ ਸੀ ਨਾ, ਮੁਗਲੀਆ ਹਕੂਮਤ ਸੀ, ਪਹਾੜੀ ਰਾਜੇ ਸਨ, ਜਿਹੜੇ ਰਾਜ ਡਿਕਟੇਟਰਸ਼ਿਪ ਸੀ, ਤਾਨਾਸ਼ਾਹ ਰਾਜ। ਉਹ ਤਾਨਾਸ਼ਾਹ ਲੋਕ ਕੀ ਕਰਦੇ ਸਨ, ਉਹਨਾਂ ਦੇ ਜਿਹੜੇ ਕਰਿੰਦੇ ਸਨ ਜਾਂ ਵੱਡੇ ਲੋਕ ਸਨ ਜਿਨ੍ਹਾਂ ਦੀ ਪੁੱਜ, ਕਿਉਂਕਿ ਕਾਨੂੰਨ ਕੋਈ ਨਹੀਂ ਸੀ ਤੇ ਜਾ ਕੇ ਕਿਤੇ ਬੰਦਾ ਆਪਣਾ ਰੋਣਾ ਇਨਸਾਫ ਵਾਸਤੇ ਰੋ ਨਹੀਂ ਸੀ ਸਕਦਾ, ਤੇ ਜੋ ਕੋਈ ਅਪੀਲਾਂ ਕਰਦਾ ਵੀ ਰਹੇ ਤੇ ਤਕੜਾ ਸੁਣੇਗਾ ਕਿਉਂ। ਉੱਥੇ ਕੀ ਹੁੰਦਾ ਕਿ ਲੋਕ ਜਿਹੜੇ ਤਕੜੇ ਸਨ ਉਹ ਲੋਕਾਂ ਦਾ ਮਾਲ ਅਸਬਾਬ ਹੀ ਨਾ ਲੁੱਟਦੇ, ਸਗੋਂ ਉਹਨਾਂ ਦੀ ਇੱਜ਼ਤ ਵੀ ਔਰਤਾਂ ਦੇ ਰੂਪ ਵਿੱਚ ਆਪਣੇ ਘਰਾਂ ਦੇ ਵਿੱਚ ਪਾ ਲੈਂਦੇ, ਔਰ ਐਸੀਆਂ ਬੇਨਿਯਮੀਆਂ ਜਿਹੜੀਆਂ ਸਨ ਉਹ ਕਰਦੇ। ਸਤਿਗੁਰੂ ਮਹਾਰਾਜ ਦੇ ਕੋਲ ਕੁਝ ਮਨ ਚਲੇ ਨੌਜਵਾਨਾਂ ਨੇ ਵੀ ਇਹ ਪ੍ਰਸ਼ਨ ਉਠਾਇਆ, ਕਹਿਣ ਲੱਗੇ, ਮਹਾਰਾਜ ਸਗਲ ਸਿੰਘ ਬੂਝੇ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੇ, ਗੁਰ ਸ਼ਾਸਤਰ ਕਿਉਂ ਵਰਜ ਹਟਾਵੇ। ਸਤਿਗੁਰੂ ਜਦੋਂ ਤਕੜੇ ਇਹ ਜ਼ੁਲਮ ਕਰਦੇ ਨੇ ਤੇ ਤੁਸੀਂ ਸਿੱਖ ਨੂੰ ਇਹ ਪਾਬੰਦੀ ਲਾਈ ਹੈ ਵੀ ਸਿੱਖ ਹਥਿਆਰ ਵੀ ਰੱਖੇ, ਸਿੱਖ ਉਹਨਾਂ ਦੇ ਜ਼ੁਲਮ ਵਿਰੁੱਧ ਡਟੇ, ਤਾਕਤ ਵਿੱਚ ਵੀ ਹੋਵੇ, ਪਰ ਉਹਨਾਂ ਵਰਗਾ ਵਿਹਾਰ ਨਾ ਕਰੇ। ਐਸਾ ਕਿਉਂ? ਜੇ ਉਹ ਕਰ ਸਕਦੇ ਨੇ ਤੇ ਅਸੀਂ ਵੀ ਉਹਨਾਂ ਨੂੰ ਬਰਾਬਰ, ਜੇ ਅਸੀਂ ਮੁਕਾਬਲਾ ਕਰਨਾ ਤੇ ਇਕੱਲਾ ਸ਼ਸਤਰ ਕਰਕੇ ਹੀ ਕਿਉਂ? ਗਿਆਨ ਦਾ ਗਿਆਨ ਨਾਲ ਜੇ ਅਗਲੇ ਵਧੀਕੀ ਕਰਦੇ ਨੇ, ਜਿੰਨਾ ਚਿਰ ਉਹਨਾਂ ਨਾਲ ਵਧੀਕੀ ਨਹੀਂ ਹੋਏਗੀ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਕਿਸੇ ਦੇ ਦਿਲ ਉੱਤੇ ਕੀ ਗੁਜ਼ਰਦੀ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਦਾ ਉੱਤਰ ਕੀ ਦਿੱਤਾ? ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ, ਨਾਹੇ ਅਦੋਗਤੀ ਵਿਖੈ ਪਹੁੰਚਾਵੈ, ਤਾਂ ਤੇ ਕਲਮਲ ਕਰਨ ਹਟਾਵੈ। ਮਹਾਰਾਜ ਕਹਿੰਦੇ ਸਾਡਾ ਆਦਰਸ਼ ਇਹ ਹੈ ਵੀ ਅਸੀਂ ਇਸ ਪਾਪ, ਇਸ ਜ਼ੁਲਮ, ਇਸ ਅਤਿਆਚਾਰ ਦੇ ਵਿਰੋਧ 'ਚ ਖੜੇ ਹਾਂ, ਤੇ ਜੇ ਅਸੀਂ ਵੀ ਉਹ ਕੀਤਾ ਫਿਰ ਉਹਨਾਂ 'ਚ ਤੇ ਸਾਡੇ 'ਚ ਫਰਕ ਕੀ ਰਹਿ ਗਿਆ? ਮਹਾਰਾਜ ਨੇ ਆਖਿਆ ਜਿਹੜੀਆਂ ਕੌਮਾਂ ਵਿੱਚ ਇਹ ਚੀਜ਼ ਬਣ ਜਾਏ, ਜਿਹੜੇ ਜੀਵਨ ਵਿੱਚ ਇਹ ਚੀਜ਼ ਆ ਜਾਏ, ਉਹ ਜੀਵਨ ਤੇ ਉਹ ਕੌਮਾਂ ਦੋਵੇਂ ਹੀ ਤਬਾਹ ਹੋ ਜਾਏ। ਜਿਹਦਾ ਕਿਰਦਾਰ ਹੀ ਨਾ ਰਿਹਾ ਉਸ ਕੌਮ ਨੇ ਅੱਗੇ ਕੀ ਵਧਣਾ ਹੋਇਆ। ਸਾਹਿਬ ਸਤਿਗੁਰੂ ਦੂਜਾ ਸ਼ਬਦ ਵਰਤਦੇ ਨੇ, ਨਿੰਦਾ। ਨਿੰਦਿਆ ਦਾ ਭਾਵ ਹੁੰਦਾ ਹੈ ਕਿਸੇ ਦੇ ਗੁਣ ਨੂੰ ਵੀ ਈਰਖਾ, ਨਫ਼ਰਤ, ਹੰਕਾਰ ਵਸ ਔਗਣ ਬਣਾ ਕੇ ਪੇਸ਼ ਕਰਨਾ, ਵੀ ਬੰਦੇ 'ਚ ਜਿਹੜੀ ਖੂਬੀ ਉਹ ਖੂਬੀ ਹੈ, ਪਰ ਕਿਉਂਕਿ ਸਾਨੂੰ ਉਹਦੇ ਨਾਲ ਨਫ਼ਰਤ ਹੈ, ਸਾਨੂੰ ਉਹਦੇ ਨਾਲ ਈਰਖ ਹੈ, ਸਾਨੂੰ ਉਹਦੇ ਨਾਲ ਹੰਕਾਰ ਹੈ, ਅਸੀਂ ਉਹਦੇ ਗੁਣ ਨੂੰ ਵੀ ਔਗਣ ਬਣਾ ਕੇ ਪੇਸ਼ ਕਰੀਏ, ਤੇ ਗੁਣ ਹੁੰਦਿਆਂ ਹੋਇਆਂ ਵੀ ਉਹਦੇ ਗੁਣ ਨੂੰ ਇਹ ਨਾ ਕਹੀਏ ਵੀ ਇਹਦੇ 'ਚ ਇਹ ਚੰਗੀ ਗੱਲ ਹੈ। ਇਹਨੂੰ ਨਿੰਦਾ ਕਿਹਾ ਗਿਆ। ਬਾਬਾ ਕਬੀਰ ਸਾਹਿਬ ਆਪਣੇ ਸ਼ਬਦ ਵਿੱਚ ਜ਼ਿਕਰ ਕਰਦੇ ਨੇ, ਕਹਿਣ ਲੱਗੇ, ਲੋਕ ਮੇਰੇ ਬਾਰੇ ਬੜਾ ਕੁਝ ਆਖਦੇ ਨੇ। ਸੇਵਕਾਂ ਨੇ ਕਿਹਾ, ਸਤ ਸੰਗੀਆਂ ਨੇ ਆਖਿਆ, ਭਗਤ ਜੀ ਇੰਨਾ ਕੁਝ ਤੁਹਾਡੇ ਬਾਰੇ ਕਹਿੰਦੇ ਨੇ, ਕਬੀਰ ਜੀ ਇਵੇਂ ਨੇ, ਕਬੀਰ ਜੀ ਐਵੇਂ ਨੇ। ਤੇ ਕਬੀਰ ਸਾਹਿਬ ਨੂੰ ਪੁੱਛਦੇ ਨੇ ਸਤ ਸੰਗੀ, ਤੁਹਾਨੂੰ, ਤੁਸੀਂ ਇਹਨਾਂ ਬਚਨਾਂ ਨੂੰ ਕਿਵੇਂ ਲੈਂਦੇ? ਅਸੀਂ ਤਾਂ ਸੁਣਦੇ ਸਾਨੂੰ ਕ੍ਰੋਧ ਵੀ ਆਉਂਦਾ, ਬੁਰਾ ਵੀ ਲੱਗਦਾ ਹੈ। ਤੁਹਾਡੀ ਜਦੋਂ ਕੋਈ ਨਿੰਦਾ ਕਰਦਾ ਤੁਸੀਂ ਕੀ ਕਰਦੇ ਹੋ? ਕਬੀਰ ਜੀ ਨੇ ਆਖਿਆ, ਮੈਂ ਉਹਨਾਂ ਦੇ ਬਚਨਾਂ ਨੂੰ ਪਹਿਲੀ ਤੇ ਗੱਲ ਹੈ ਵੀ ਬੇਧਿਆਨਾ ਕਰਦਾ। ਜਦੋਂ ਅਗਲਾ ਝੂਠ ਹੀ ਬੋਲਣ ਤੇ ਆ ਜਾਏ ਫਿਰ ਉਹਦਾ ਤੁਸੀਂ ਕੀ ਕਰ ਸਕਦੇ ਹੋ? ਉਹਦਾ ਝੂਠ ਹੀ ਉਹਨੂੰ ਨਸ਼ਰ ਕਰੇਗਾ। ਦੂਜੀ ਗੱਲ ਇਹ ਹੈ ਵੀ ਮੈਂ ਜੇ ਸੁਣਨੀ ਪਵੇ ਤਾਂ ਮੈਂ ਸੁਣ ਕੇ ਸਭ ਤੋਂ ਪਹਿਲਾ ਕੰਮ ਇਹ ਕਰਦਾ ਵੀ ਮੈਂ ਆਪਣੇ ਜੀਵਨ 'ਚ ਝਾਤ ਮਾਰਦਾ ਵੀ ਕਿਤੇ ਸੱਚ ਤਾਂ ਨਹੀਂ ਆਉਂਦਾ।
ਜੋ ਇਹ ਕਹਿ ਰਿਹਾ ਹੈ ਕਿਤੇ ਮੇਰੇ ਜੀਵਨ 'ਚ ਸੱਚਮੁੱਚ ਹੀ ਔਗਣ ਤਾਂ ਨਹੀਂ, ਤੇ ਜੇ ਮੈਂ ਵੇਖ ਲਵਾਂ ਨਾ ਵੀ ਮੇਰੇ ਜੀਵਨ 'ਚ ਔਗਣ ਹੈ ਤੇ ਮੈਂ ਉਹਨੂੰ ਉਸੇ ਵੇਲੇ ਦੂਰ ਕਰ ਲੈਣਾ, ਵੀ ਅਗਲੀ ਵਾਰ ਜਦੋਂ ਇਹ ਕਵੇ ਤੇ ਸੱਚ ਨਾ ਹੋਵੇ ਇਹਦੀ ਗੱਲ। ਤੇ ਜੇ ਮੇਰੇ ਜੀਵਨ 'ਚ ਔਗਣ ਨਹੀਂ ਹੁੰਦਾ ਤੇ ਮੈਂ ਖੁਸ਼ ਹੁੰਦਾ ਕਿ ਇਹ ਐਵੇਂ ਵਿਚਾਰਾ ਕੀ ਪਲਾਈ ਹੱਥ ਮਾਰ ਰਿਹਾ, ਇਹਨੂੰ ਪਤਾ ਤੇ ਕੱਖ ਵੀ ਨਹੀਂ। ਐਵੇਂ ਦੁਨੀਆ ਸਾਹਮਣੇ ਜਿਹਨੂੰ ਮੇਰੇ ਬਾਰੇ ਪਤਾ ਹੈ, ਚੇਤੇ ਵਿੱਚ ਰੱਖਿਓ, ਜਿਹੜਾ ਤੁਹਾਡੇ ਚੰਗੇ ਕੰਮ ਤੋਂ ਜਾਣੂ ਹੈ ਉਹਨੂੰ ਸਫਾਈ ਦੇਣ ਦੀ ਲੋੜ ਨਹੀਂ। ਜਿਹਨੂੰ ਤੁਹਾਡੇ ਤੇ ਯਕੀਨ ਹੈ, ਭਰੋਸਾ ਹੈ, ਤੇ ਜਿਹਨੂੰ ਯਕੀਨ ਨਹੀਂ ਉਹਨੇ ਤੁਹਾਡੀਆਂ ਸਫਾਈਆਂ ਨਾਲ ਵੀ ਮੰਨਣਾ ਨਹੀਂ। ਅਸੀਂ ਸਾਰੀ ਜ਼ਿੰਦਗੀ ਗਲਤ ਜਗ੍ਹਾ 'ਤੇ ਟੱਕਰਾਂ ਮਾਰਦੇ ਹਾਂ। ਜਿਨ੍ਹਾਂ ਨੇ ਮੰਨਣਾ ਹੀ ਨਹੀਂ, ਅਸੀਂ ਸਫਾਈਆਂ ਵੀ ਉਹਨਾਂ ਨੂੰ ਦਿੰਦੇ ਰਹਿੰਦੇ ਹਾਂ ਕਈ ਵਾਰ। ਲਾਭ ਕੀ ਹੈ? ਜ਼ਿੰਦਗੀ ਦਾ ਕਿੰਨਾ ਸਮਾਂ, ਕਿੰਨੀ ਐਨਰਜੀ, ਕਿੰਨੀ ਤਾਕਤ ਅਸੀਂ ਇਹਨਾਂ ਚੀਜ਼ਾਂ 'ਤੇ ਵੇਸਟ ਕਰਦੇ ਹਾਂ, ਖਰਾਬ ਕਰਦੇ ਹਾਂ। ਤਾਂ ਉਹ ਸ਼ਬਦ ਸਾਡੇ ਪੜ੍ਹਨ ਗੋਚਰ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਕਮਾਏ ਹਮਾਰਾ ਚੀਤ। ਉਹ ਇਹ ਵੀ ਕਹਿੰਦੇ ਨੇ ਹਮਰੇ ਕਪਰੇ ਨਿੰਦਕ ਧੋਏ। ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਵੀ ਹੈ ਇਹ ਔਗਣ ਜਿਹੜਾ ਵੀ ਇਹ ਕਰਦਾ ਹੈ। ਪਰ ਦਾਰਾ ਨਿੰਦਿਆ ਰਸ, ਰਸ ਦਾ ਮਤਲਬ ਹੁੰਦਾ ਚਸਕਾ, ਐਬ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ, ਸਰਵ ਵਿਆਪਕ ਪਰਮੇਸ਼ਰ ਦੀ ਇਬਾਦਤ, ਉਹਦਾ ਗੁਣ, ਉਹਦੇ ਗੁਣਾਂ ਦਾ ਚਿੰਤਨ ਕਦੇ ਨਹੀਂ ਕੀਤਾ। ਤੂੰ ਇੱਕ ਕੁਮੱਤੇ ਲੱਗਾ ਹੋਇਆ, ਭੈੜੀ ਸਮਝ ਅਪਣਾ ਲਈ ਹੈ ਤੂੰ। ਹਜ਼ੂਰ ਆਖਦੇ ਨੇ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਉੱਪਰਲੇ ਔਗਣਾਂ ਤੋਂ ਜਿਹੜੇ ਦੱਸੇ ਨੇ, ਪਰਦਾਰਾ ਤੇ ਨਿੰਦਿਆ ਦਾ, ਤੇ ਸਵਾਰਥ ਵਸ ਹੋ ਕੇ ਪਰਾਇਆ ਧਨ, ਪਰਾਇਆ ਹੱਕ ਮਾਰਨਾ ਜਿਹਨੂੰ ਕਿਹਾ ਗਿਆ। ਸਤਿਗੁਰੂ ਆਖਦੇ ਨੇ ਇਹਨਾਂ ਔਗਣਾਂ ਤੋਂ ਮੁਕਤ ਹੋਣ ਦਾ ਤੂੰ ਰਾਹ ਨਹੀਂ ਲੱਭ ਰਿਹਾ, ਵੀ ਤੂੰ ਕਿਵੇਂ ਛੁੱਟੇ, ਕਿਵੇਂ ਇਸ ਮਾੜੀ ਸਮਝ ਤੋਂ ਛੁਟਕਾਰਾ ਪਾ ਕੇ ਮਾੜੇ ਜੀਵਨ ਤੋਂ ਛੁਟਕਾਰਾ ਪਾਏ, ਮੰਦੀਆਂ ਆਦਤਾਂ ਤੋਂ ਮੁਕਤ ਹੋਵੇਂ। ਤੇ ਸਤਿਗੁਰੂ ਆਖਦੇ ਨੇ ਤੂੰ ਧੌਂਦਾ ਰਹਿਣਾ, ਭਟਕਦਾ ਰਹਿਣਾ, ਕੇਵਲ ਤੇ ਕੇਵਲ ਮਾਲ ਅਸਬਾਬ ਇਕੱਠਾ ਕਰਨ ਲਈ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਓੜਕ ਨੂੰ ਮਹਾਰਾਜ ਕਹਿੰਦੇ ਨੇ ਜੋ ਤੂੰ ਇਕੱਠਾ ਕਰ ਰਿਹਾ ਹੈ, ਭਾਵੇਂ ਉਹ ਪਾਪ, ਜ਼ੁਲਮ, ਬੇਈਮਾਨੀ ਕਰਕੇ ਬਾਹਰ ਦਾ ਮਾਲ ਅਸਬਾਬ ਹੈ, ਤੇ ਭਾਵੇਂ ਉਹ ਮੰਦੇ ਅਮਲ ਕਮਾ ਕੇ ਔਗਣਾਂ ਦੀ ਪੂੰਜੀ ਹੈ, ਦੋਵੇਂ ਚੀਜ਼ਾਂ ਹੀ ਤੇਰੇ ਨਾਲ ਨਹੀਂ ਨਿਭਣ ਵਾਲੀਆਂ। ਓੜਕ, ਅੰਤ ਦਾ ਮਤਲਬ ਹੈ ਓੜਕ ਨੂੰ ਸੰਗ ਕਾਹੂ ਨਹੀਂ ਦੀਨਾ, ਇਹਨਾਂ 'ਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਇਹ ਤੈਨੂੰ ਉਜਲਾ ਨਹੀਂ ਕਰ ਸਕਦੀ। ਬਿਰਥਾ ਆਪ ਬੰਧਾਇਆ, ਤੂੰ ਵਿਅਰਥ 'ਚ ਆਪਣੇ ਆਪ ਨੂੰ ਔਗਣਾਂ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਜਾ ਰਿਹਾ, ਤੂੰ ਇਸ ਦਲਦਲ ਵਿੱਚ ਧੱਸਦਾ ਤੁਰਿਆ ਜਾ ਰਿਹਾ। ਹਜ਼ੂਰ ਆਖਦੇ ਨੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ। ਇਹ ਭਾਈ, ਨਾ ਤੂੰ ਹਰੀ ਪਰਮੇਸ਼ਰ ਦਾ ਕਦੇ ਚਿੰਤਨ ਕੀਤਾ ਹੈ, ਉਹਦੇ ਹੋਣ ਦਾ ਅਹਿਸਾਸ ਕੀਤਾ ਹੈ, ਤੇ ਨਾ ਤੂੰ ਪਰਮੇਸ਼ਰ ਦੇ ਪਿਆਰੇ ਗੁਰੂ ਨੂੰ ਸੇਵਿਆ, ਗੁਰੂ ਦਾ ਉਪਦੇਸ਼ ਕਦੇ ਗ੍ਰਹਿਣ ਕੀਤਾ, ਸਤਿਗੁਰੂ ਦੀ ਮੱਤ ਸੁਣੀ ਹੈ। ਨਹੀਂ ਉਪਜਿਓ ਕਛ ਗਿਆਨਾ, ਤੇ ਨਾ ਹੀ ਤੇਰੇ ਅੰਦਰ ਕਦੇ ਚੰਗੀ ਸਮਝ ਪੈਦਾ ਹੋਈ, ਨਾ ਤੂੰ ਪਰਮੇਸ਼ਰ ਦੇ ਰਾਹ ਤੇ ਤੁਰਿਆ, ਨਾ ਗੁਰੂ ਦੀ ਗੱਲ ਸੁਣੀ, ਇਸ ਕਰਕੇ ਤੇਰੇ ਅੰਦਰ ਚੰਗੀ ਸਮਝ ਵੀ ਪੈਦਾ ਨਹੀਂ ਹੋਈ, ਤੇਰੇ ਅੰਦਰ ਆਤਮ ਗਿਆਨ ਵੀ, ਵਿਵੇਕ ਵੀ ਪੈਦਾ ਨਹੀਂ ਹੋਇਆ। ਤੂੰ ਪਾਤਸ਼ਾਹ ਆਖਦੇ ਨੇ ਘਟ ਹੀ ਮਾਹੇ ਨਿਰੰਜਨ, ਤੇਰਾ ਤੈ ਖੋਜਤ ਉਦਿਆਨਾ। ਜਿਹੜਾ ਮਾਲਕ ਤੇਰੇ ਹਿਰਦੇ ਵਿੱਚ, ਘਟ ਭਾਵ ਹੈ ਹਿਰਦਾ, ਸਰੀਰ ਤੇਰੇ ਜੀਵਨ ਵਿੱਚ ਵਿਆਪਕ ਹੈ, ਉਹਨੂੰ ਤੂੰ ਬਾਹਰ ਜੰਗਲਾਂ ਵਿੱਚ ਲੱਭਦਾ ਹੈ। ਜੰਗਲ ਦਾ ਮਤਲਬ ਇਕੱਲਾ ਇਹ ਨਹੀਂ ਵੀ ਰੁੱਖਾਂ ਦੇ ਝੁੰਡ ਵਿੱਚ ਜਾ ਕੇ ਜਾਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ 'ਚ ਬਾਹਰ ਤਲਾਸ਼ਣਾ ਹੀ ਜੰਗਲ ਵਿੱਚ ਭਟਕਣ ਬਰਾਬਰ ਹੈ, ਬਾਹਰ ਤਲਾਸ਼ਣਾ ਹੀ। ਹਜ਼ੂਰ ਆਖਦੇ ਨੇ ਬਹੁਤ ਜਨਮ ਭਰਮਤ ਤੈ ਹਾਰਿਓ। ਇਹ ਭਾਈ, ਲੰਮਾ ਸਮਾਂ ਭਟਕਦਿਆਂ ਭਟਕਦਿਆਂ ਤੂੰ ਹੰਭ ਗਿਆ ਹੈ। ਤੇਰੀ ਭਟਕਣਾ ਜਿਹੜੀ ਹੈ ਚਿਰੋਕਣੀ ਹੈ, ਬੜੀ ਲੰਮੇ ਸਮੇਂ ਦੀ, ਬਹੁਤ ਲੰਬਾ ਵਕਤ ਤੂੰ ਭਟਕਣਾ ਵਿੱਚ ਗੁਜ਼ਰ ਰਿਹਾ। ਕਈ ਜਨਮ ਇਸ ਨੂੰ ਸਤਿਗੁਰੂ ਨੇ ਕਿਹਾ, ਜਨਮ ਦਾ ਭਾਵ ਹੁੰਦਾ ਬਹੁਤ ਲੰਮੀ ਭਟਕਣਾ। ਅਸਥਿਰ ਮਤ ਨਹੀਂ ਪਾਈ, ਟਿਕਾ ਵਾਲੀ, ਸਹਿਜ ਵਾਲੀ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਸਹਿਜ ਨੂੰ ਬੜੇ
ਸੋਹਣੇ ਸ਼ਬਦਾਂ ਵਿੱਚ ਨਾ ਆਪਣੀ ਮੁਬਾਰਕ ਬਾਣੀ ਵਿੱਚ ਐਕਸਪਲੇਨ ਕਰਦਾ ਹੈ। ਟਿਕਾ ਵਾਲੀ ਮਤ ਹਾਸਲ ਨਹੀਂ ਕੀਤੀ ਤੂੰ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਸਤਿਗੁਰੂ ਆਖਦੇ ਨੇ ਮੈਨੂੰ ਗੁਰੂ ਨੇ ਇਹ ਮੱਤ ਦਿੱਤੀ ਹੈ, ਸਤਿਗੁਰੂ ਨੇ ਇਹ ਮਾਰਗ ਦ੍ਰਿੜ ਕਰਾਇਆ, ਉਪਦੇਸ਼ ਦਿੱਤਾ ਹੈ ਕਿ ਕੀ ਕਰ, ਤੈਨੂੰ ਬੜਾ ਕੀਮਤੀ ਅਤੇ ਦੁਰਲੱਭ ਮਨੁੱਖਾ ਜੀਵਨ ਦਾ ਸਮਾਂ ਮੁਯੱਸਰ ਹੋਇਆ, ਪ੍ਰਾਪਤ ਹੋਇਆ, ਹਾਸਲ ਹੋਇਆ, ਅਤੇ ਇਹਦੇ ਵਿੱਚ ਤੈਨੂੰ ਕੀ ਕਾਰਜ ਉੱਤਮ ਹੈ ਜਿਹੜਾ ਕਰਨਾ ਚਾਹੀਦਾ? ਹਰ ਭਜ, ਸਰਵ ਵਿਆਪਕ ਅਕਾਲ ਪੁਰਖ ਪ੍ਰਭੂ ਦੇ ਹੋਣ ਦਾ ਅਹਿਸਾਸ, ਉਹਦੇ ਗੁਣਾਂ ਦਾ ਚਿੰਤਨ ਕਰ, ਉਹਦੀ ਇਬਾਦਤ ਵਿੱਚ ਜੁੜ, ਤਾਂ ਕਿ ਤੂੰ ਇਸ ਮਨੁੱਖਾ ਜੀਵਨ ਦੀ ਅਹਿਮੀਅਤ ਸਮਝ ਕੇ ਇਸ ਨੂੰ ਆਨੰਦਿਤ ਢੰਗ ਨਾਲ ਜੀ ਸਕੇ, ਉੱਚਾ ਜੀਵਨ ਮੁਕਾਮ ਹਾਸਲ ਕਰ ਸਕੇ। ਸਾਹਿਬ ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।